ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕਰਾਂਗੇ ਕਿ ਕੈਨੇਡਾ ਵਿੱਚ ਕਿਹੜੀਆਂ ਖਬਰਾਂ ਹਫ਼ਤਾਭਰ ਖਾਸ ਰਹੀਆਂ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ। ਨੋਵਾ ਸਕੋਸ਼ੀਆ ਨੇ ਹੁਣ ਕੀਤੀ ਸਖਤੀ। ਨਵੇਂ ਟੀਆਰ 2 ਪੀਆਰ ਪ੍ਰੋਗਰਾਮ ਬਾਰੇ ਐਲਾਨ। ਕੈਨੇਡਾ ਵਿੱਚ ਵੱਧ ਲੋਕ ਹੋ ਸਕਣਗੇ ਪੀਆਰ। ਫਾਈਲਾਂ ਦੇ ਬੈਕਲੌਗ ਵਿੱਚ ਵਾਧਾ। ਅਪਲਾਈ ਕਰਨ ਵਾਲਿਆਂ ਨੂੰ ਕਰਨਾ ਪਵੇਗਾ ਇੰਤਜ਼ਾਰ। ਇਮੀਗ੍ਰੈਂਟਸ ਲਈ ਚੰਗੀ ਖਬਰ। ਹੁਣ ਵੱਧ ਇਮੀਗ੍ਰੈਂਟਸ ਜਾ ਸਕਣਗੇ ਨੋਵਾ ਸਕੋਸ਼ੀਆ। ਅਰਾਈਵ ਕੈਨ ਬੰਦ ਕਰਨ ਦੀ ਮੰਗ। ਸਰਕਾਰ ਵੱਲੋਂ ਅਜੇ ਨਹੀਂ ਹੋਇਆ ਐਲਾਨ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਝਟਕਾ ਲੱਗਿਆ। ਇਸ ਹਫ਼ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਜੁੜੀ ਹੋਈ ਇੱਕ ਬੁਰੀ ਖਬਰ ਸਾਹਮਣੇ ਆਈ। ਇਹ ਖਬਰ ਨੋਵਾ ਸਕੋਸ਼ੀਆ ਸੂਬੇ ਤੋਂ ਸਾਹਮਣੇ ਆ ਰਹੀ ਹੈ। ਪੀਆਰ ਪ੍ਰੋਗਰਾਮ ਦੇ ਵਿੱਚ ਉਹਨਾਂ ਵੱਲੋਂ ਅਚਾਨਕ ਤਬਦੀਲੀ ਕੀਤੀ ਗਈ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਦਾ ਭਵਿੱਖ ਖਤਰੇ ਵਿੱਚ ਆ ਗਿਆ। ਕੀ ਹੈ ਪੂਰਾ ਮਾਮਲਾ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਨੋਵਾ ਸਕੋਸ਼ੀਆ ਵੱਲੋਂ ਫਾਸਟ ਟਰੈਕ ਪੀਆਰ ਨਿਯਮਾਂ ਵਿੱਚ ਜੋ ਬਦਲਾਵ ਕੀਤਾ ਗਿਆ, ਉਸ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਆ ਗਿਆ। ਨਿਯਮਾਂ ਵਿੱਚ ਕੀਤੇ ਗਏ ਬਦਲਾਵ ਤੋਂ ਬਾਅਦ ਕਈ ਵਿਦਿਆਰਥੀ ਅਜਿਹੇ ਹਨ ਜਿਹੜੇ ਕਿ ਪੀਆਰ ਨਹੀਂ ਲੈ ਸਕਦੇ। ਇਹਨਾਂ ਵਿਦਿਆਰਥੀਆਂ ਦਾ ਭਵਿੱਖ ਹੁਣ ਖਤਰੇ ਵਿੱਚ ਹੈ। ਦਰਅਸਲ ਨੋਵਾ ਸਕੋਸ਼ੀਆ ਸੂਬੇ ਵੱਲੋਂ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ ਦੇ ਆਪਣੇ ਫਾਸਟ ਟਰੈਕ ਪ੍ਰੋਗਰਾਮ ਵਿੱਚ ਅਚਾਨਕ ਬਦਲਾਵ ਕਰ ਦਿੱਤਾ, ਜਿਸ ਕਾਰਨ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਨੇ। ਨੋਵਾ ਸਕੋਸ਼ੀਆ ਐਕਸਪੀਰੀਅੰਸ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਨੋਵਾ ਸਕੋਸ਼ੀਆ ਵਿੱਚ ਕੰਮ ਵਾਸਤੇ ਅਪਲਾਈ ਕਰ ਸਕਦੇ ਨੇ ਅਤੇ ਇੱਥੇ ਉਹ 1 ਸਾਲ ਕੰਮ ਕਰਨ ਤੋਂ ਬਾਅਦ ਹੀ ਪੀਆਰ ਵਾਸਤੇ ਯੋਗ ਹੋ ਸਕਦੇ ਨੇ। ਬਾਕੀ ਥਾਵਾਂ ਤੇ ਆਮ ਤੌਰ ਤੇ ਪੀਆਰ ਦੇ ਯੋਗ ਹੋਣ ਵਾਸਤੇ 2 ਸਾਲ ਵੀ ਲੱਗ ਜਾਂਦੇ ਨੇ। ਪਰ ਨੋਵਾ ਸਕੋਸ਼ੀਆ ਦੇ ਲੇਬਰ ਅਤੇ ਇਮੀਗ੍ਰੇਸ਼ਨ ਵਿਭਾਗ ਨੇ 9 ਜੂਨ ਤੋਂ ਸਿਰਫ ਉਹਨਾਂ ਬਿਨੇਕਾਰਾਂ ਨੂੰ ਹੀ ਵਰਕ ਪਰਮਿਟ ਦੇਣ ਦਾ ਫੈਸਲਾ ਕੀਤਾ ਜਿਨ੍ਹਾਂ ਨੇ ਆਪਣੀ ਪੜ੍ਹਾਈ ਨੋਵਾ ਸਕੋਸ਼ੀਆ ਵਿੱਚ ਹੀ ਪੂਰੀ ਕੀਤੀ ਹੋਵੇ। ਇਸ ਤੋਂ ਬਾਅਦ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਜਿਹੜੇ ਆਪਣੀ ਪਰੇਸ਼ਾਨੀ ਦੱਸਦੇ ਹੋਏ ਦਿਖਾਈ ਦੇ ਰਹੇ ਨੇ। ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਨਿਯਮਾਂ ਵਿੱਚ ਜੋ ਅਚਾਨਕ ਹੀ ਬਦਲਾਵ ਕਰ ਦਿੱਤਾ ਗਿਆ, ਇਸ ਨਾਲ ਉਹ ਕਾਫੀ ਚਿੰਤਾ ਵਿੱਚ ਨੇ। ਇਹ ਵਿਦਿਆਰਥੀ ਕਹਿੰਦੇ ਨੇ ਕਿ ਸਾਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਇਸ ਵੇਲੇ ਕੀ ਕਰੀਏ। ਸਾਡੇ ਅੰਦਰ ਗੁੱਸਾ ਵੀ ਹੈ ਤੇ ਦੁੱਖ ਵੀ ਹੈ। ਦੱਸ ਦਈਏ ਕਿ ਨੋਵਾ ਸਕੋਸ਼ੀਆ ਦਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਪਿਛਲੇ 3 ਸਾਲਾਂ ਵਿੱਚ ਕਾਫੀ ਪ੍ਰਸਿੱਧ ਹੋਇਆ। 2019 ਵਿੱਚ ਇਸ ਤਹਿਤ 605 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਨੇ ਨੋਵਾ ਸਕੋਸ਼ੀਆ ਵਿੱਚ ਹੀ ਪੜ੍ਹਾਈ ਕੀਤੀ ਸੀ। ਪਰ 2021 ਵਿੱਚ ਇਸ ਵਿੱਚ ਬਦਲਾਵ ਕੀਤਾ ਗਿਆ। 1453 ਅੰਤਰਰਾਸ਼ਟਰੀ ਸਟੂਡੈਂਟਸ ਕੰਮ ਕਰਨ ਵਾਲਿਆਂ ਵਿੱਚੋਂ ਸਿਰਫ 434 ਨੇ ਨੋਵਾ ਸਕੋਸ਼ੀਆ ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ ਸੀ, ਜਿਸ ਦਾ ਮਤਲਬ ਹੈ ਕਿ ਬਾਕੀ ਵਿਦਿਆਰਥੀ ਹੋਰ ਸੂਬਿਆਂ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਨੋਵਾ ਸਕੋਸ਼ੀਆ ਪਹੁੰਚੇ ਸਨ, ਜਿਨ੍ਹਾਂ ਨੂੰ ਸੱਦੇ ਦਿੱਤੇ ਗਏ। ਹੁਣ ਸਰਕਾਰ ਵੱਲੋਂ ਜਿਹੜੇ ਨਿਯਮਾਂ ਦੇ ਵਿੱਚ ਬਦਲਾਵ ਕਰ ਦਿੱਤਾ ਗਿਆ ਹੈ, ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਯੋਜਨਾ ਬਣਾਈ ਜਾ ਰਹੀ ਹੈ ਕਿ ਨਵਾਂ ਟੀਆਰ 2 ਪੀਆਰ ਪ੍ਰੋਗਰਾਮ ਲਿਆਂਦਾ ਜਾਵੇ। ਹਾਲਾਂਕਿ ਇਸ ਬਾਰੇ ਕੋਈ ਮੁਕੰਮਲ ਤੌਰ ਤੇ ਜਾਣਕਾਰੀ ਤਾਂ ਨਹੀਂ ਦਿੱਤੀ ਗਈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਪਿਛਲੇ ਟੀਆਰ 2 ਪੀਆਰ ਪ੍ਰੋਗਰਾਮ ਨਾਲੋਂ ਵੱਖਰਾ ਹੋਵੇਗਾ। ਇਸ ਵਿੱਚ ਘੱਟ ਪ੍ਰੋਸੈਸਿੰਗ ਦਾ ਸਮਾਂ ਲੱਗੇਗਾ ਤੇ ਜ਼ਿਆਦਾ ਲੋਕਾਂ ਨੂੰ ਪੀਆਰ ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਇਸ ਸੰਬੰਧੀ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਟੀਆਰ 2 ਪੀਆਰ ਪ੍ਰੋਗਰਾਮ ਸੰਬੰਧੀ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ। ਦੱਸ ਦਈਏ ਕਿ ਜਿਨ੍ਹਾਂ ਵੱਲੋਂ ਟੀਆਰ 2 ਪੀਆਰ ਪ੍ਰੋਗਰਾਮ ਸੰਬੰਧੀ ਅਰਜ਼ੀਆਂ ਲਗਾਈਆਂ ਗਈਆਂ, ਉਹਨਾਂ ਐਪਲੀਕੈਂਟਸ ਵੱਲੋਂ ਇਸ ਸੰਬੰਧੀ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਨੇ ਤੇ ਉਹਨਾਂ ਨੂੰ ਇੰਤਜ਼ਾਰ ਵੀ ਕਰਨਾ ਪੈ ਰਿਹਾ ਹੈ, ਕਿਉਂਕਿ ਬਹੁਤੇ ਐਪਲੀਕੈਂਟਸ ਦੀਆਂ ਫਾਈਲਾਂ ਦੇ ਉੱਪਰ ਅਜੇ ਤੱਕ ਫੈਸਲਾ ਨਹੀਂ ਆ ਸਕਿਆ। ਹੁਣ ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਟੀਆਰ 2 ਪੀਆਰ ਵਾਸਤੇ ਉਹਨਾਂ ਵੱਲੋਂ ਨਵਾਂ ਪਾਥਵੇ ਲਿਆਂਦਾ ਜਾ ਰਿਹਾ ਹੈ, ਜਿਸ ਸੰਬੰਧੀ ਉਹ ਕੰਮ ਕਰ ਰਹੇ ਨੇ। ਹੁਣ ਇਸ ਪ੍ਰੋਗਰਾਮ ਨਾਲ ਇਹ ਹੋਵੇਗਾ ਕਿ ਜਿਹੜੀਆਂ ਫਾਈਲਾਂ ਨੇ ਉਹਨਾਂ ਦੀਆਂ ਪ੍ਰੋਸੈਸਿੰਗ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ, ਭਾਵ ਕਿ ਪ੍ਰੋਸੈਸਿੰਗ ਵਿੱਚ ਤੇਜ਼ੀ ਲਿਆਉਣ ਵਾਸਤੇ ਹੀ ਇਹ ਪ੍ਰੋਗਰਾਮ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਇਹ ਨਵਾਂ ਪ੍ਰੋਗਰਾਮ ਪਿਛਲੇ ਸਾਲ ਦੇ ਟੀਆਰ 2 ਪੀਆਰ ਪਾਥਵੇ ਵਰਗਾ ਨਹੀਂ ਹੋਵੇਗਾ, ਬਲਕਿ ਇਸ ਨਾਲ ਜ਼ਿਆਦਾਤਰ ਨੂੰ ਪੀਆਰ ਹਾਸਲ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਦੱਸ ਦਈਏ ਕਿ ਇਮੀਗ੍ਰੇਸ਼ਨ ਮੰਤਰੀ ਆਪਣੇ ਇੰਟਰਵਿਊਜ਼ ਦੇ ਵਿੱਚ ਲਗਾਤਾਰ ਇਸ ਸੰਬੰਧੀ ਜ਼ਿਕਰ ਕਰਦੇ ਹੋਏ ਦਿਖਾਈ ਦਿੱਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਹੁਣ ਟੀਆਰ ਨੂੰ ਪੀਆਰ ਹਾਸਲ ਕਰਨ ਸੰਬੰਧੀ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਤੇ ਇਸ ਵਾਸਤੇ ਉਹਨਾਂ ਵੱਲੋਂ ਵਧੀਆ ਤਰੀਕੇ ਹੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਮੀਗ੍ਰੇਸ਼ਨ ਵਿਭਾਗ ਵੱਲੋਂ ਟੀਆਰ 2 ਪੀਆਰ ਪ੍ਰੋਗਰਾਮ ਲਿਆਂਦਾ ਗਿਆ, ਜਿਸ ਵਿੱਚ ਕਈਆਂ ਨੂੰ ਮੌਕਾ ਦਿੱਤਾ ਗਿਆ ਕਿ ਉਹ ਕੈਨੇਡਾ ਵਿੱਚ ਪੀਆਰ ਹਾਸਲ ਕਰ ਸਕਣ। ਇਸ ਮੁਤਾਬਕ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਕੋਟਾ ਤੈਅ ਕੀਤਾ ਗਿਆ ਸੀ, ਉਹਦਾ ਮਹਿਜ਼ 24 ਘੰਟਿਆਂ ਦੌਰਾਨ ਹੀ ਪੂਰਾ ਹੋ ਗਿਆ।
ਉਸ ਤੋਂ ਬਾਅਦ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਇਸ ਦੌਰਾਨ ਉਹਨਾਂ ਨੂੰ ਜ਼ਿਆਦਾ ਅਰਜ਼ੀਆਂ ਮਿਲ ਗਈਆਂ। ਬਹੁਤੀਆਂ ਅਰਜ਼ੀਆਂ ਦੇ ਉੱਪਰ ਅਜੇ ਤੱਕ ਫੈਸਲਾ ਨਹੀਂ ਆ ਸਕਿਆ ਤੇ ਜਿਹੜੇ ਐਪਲੀਕੈਂਟਸ ਨੇ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਤੇ ਬਾਰ-ਬਾਰ ਉਹ ਇਸ ਸਵਾਲ ਪੁੱਛਦੇ ਹੋਏ ਦਿਖਾਈ ਦੇ ਰਹੇ ਨੇ ਕਿ ਆਖਿਰਕਾਰ ਉਹਨਾਂ ਦੀਆਂ ਫਾਈਲਾਂ ਉੱਪਰ ਇਮੀਗ੍ਰੇਸ਼ਨ ਵਿਭਾਗ ਵੱਲੋਂ ਫੈਸਲਾ ਕਦੋਂ ਸੁਣਾਇਆ ਜਾਵੇਗਾ। ਪਰ ਇਸ ਤੋਂ ਇਲਾਵਾ ਹੁਣ ਇਮੀਗ੍ਰੇਸ਼ਨ ਮੰਤਰੀ ਵੱਲੋਂ ਤਾਜ਼ਾ ਐਲਾਨ ਕਰਦਿਆਂ ਕਹਿ ਦਿੱਤਾ ਗਿਆ ਹੈ ਕਿ ਉਹਨਾਂ ਵੱਲੋਂ ਨਵਾਂ ਪਾਥਵੇ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਕਈਆਂ ਨੂੰ ਪੀਆਰ ਹਾਸਲ ਕਰਨ ਦਾ ਮੌਕਾ ਮਿਲੇਗਾ। ਫਾਈਲਾਂ ਦੇ ਉੱਪਰ ਫੈਸਲੇ ਦਾ ਇੰਤਜ਼ਾਰ ਕਰਨ ਵਾਲਿਆਂ ਨੂੰ ਹੋਰ ਵੀ ਇੰਤਜ਼ਾਰ ਕਰਨਾ ਪਏਗਾ। IRCC ਦਾ ਕਹਿਣਾ ਹੈ ਕਿ ਹੋਰ ਵੀ ਜ਼ਿਆਦਾ ਬੈਕਲੌਗ ਉਹਨਾਂ ਦੇ ਕੋਲ ਜਮ੍ਹਾਂ ਹੋ ਗਿਆ। ਇਸ ਸਮੇਂ 2 ਮਿਲੀਅਨ ਤੋਂ ਵੱਧ ਲੋਕ ਅਜਿਹੇ ਨੇ ਜਿਨ੍ਹਾਂ ਵੱਲੋਂ ਫਾਈਲਾਂ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਜੋ ਅੰਕੜਾ ਸਾਂਝਾ ਕੀਤਾ ਗਿਆ ਉਸ ਵਿੱਚ ਦੱਸਿਆ ਗਿਆ ਕਿ ਕਿਹੜੀ ਕੈਟਾਗਰੀ ਵਿੱਚ ਉਹਨਾਂ ਕੋਲ ਕਿੰਨੀਆਂ ਹੋਰ ਫਾਈਲਾਂ ਬੈਕਲੌਗ ਦੇ ਵਿੱਚ ਜੁੜ ਚੁੱਕੀਆਂ ਨੇ। ਜਿਹੜੇ ਆਪਣੀਆਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਨੂੰ ਹੁਣ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਫਾਈਲਾਂ ਦਾ ਬੈਕਲੌਗ ਹੋਰ ਵੀ ਵੱਧ ਗਿਆ ਹੈ। IRCC ਵੱਲੋਂ ਸਾਂਝੀ ਕੀਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ ਇਹ ਬੈਕਲੌਗ ਹੁਣ 2 ਮਿਲੀਅਨ ਤੋਂ ਵੱਧ ਹੋ ਚੁੱਕਿਆ ਹੈ, ਜਿਸ ਦਾ ਮਤਲਬ ਹੈ ਕਿ 2.4 ਮਿਲੀਅਨ ਲੋਕ ਅਜਿਹੇ ਹਨ ਜਿਹੜੇ ਆਪਣੀਆਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਪਿਛਲੇ ਮਹੀਨੇ ਇਸ ਵਿੱਚ 2,57,499 ਦਾ ਵਾਧਾ ਦੱਸਿਆ ਗਿਆ। ਇਹ ਬੈਕਲੌਗ ਕਿਉਂ ਵੱਧ ਰਿਹਾ ਹੈ ਇਹ ਵੀ IRCC ਵੱਲੋਂ ਦੱਸਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਟੈਂਪਰੇਰੀ ਰੈਜ਼ੀਡੈਂਸ ਐਪਲੀਕੇਸ਼ਨਸ ਵਿੱਚ ਜਿਹੜਾ ਵਾਧਾ ਹੋ ਰਿਹਾ ਹੈ ਇਸ ਕਾਰਨ ਹੀ ਬੈਕਲੌਗ ਵੱਧ ਹੋ ਰਿਹਾ ਹੈ। 1 ਜੂਨ 2022 ਤੱਕ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸਿਟੀਜ਼ਨਸ਼ਿਪ ਇਨਵੈਂਟਰੀ ਵਿੱਚ 3,94,664 ਅਰਜ਼ੀਆਂ ਪਈਆਂ ਹਨ। PR ਇਨਵੈਂਟਰੀ ਵਿੱਚ 5,22,057 ਲੋਕ ਆਪਣੀਆਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ। TR ਸੰਬੰਧੀ 14,71,163 ਲੋਕਾਂ ਵੱਲੋਂ ਫਾਈਲਾਂ ਦੇ ਉੱਪਰ ਹੁਣ ਪ੍ਰੋਸੈਸਿੰਗ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਲੱਗ-ਅਲੱਗ ਸਮੇਂ ਦੇ ਬਾਰੇ ਵੀ IRCC ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ ਕਿਸ ਸਮੇਂ ਕਿੰਨਾ ਬੈਕਲੌਗ ਸੀ। 1 ਜੂਨ ਤੱਕ ਫਾਈਲ ਦਾ ਬੈਕਲੌਗ 23,87,884, 30 ਅਪ੍ਰੈਲ ਤੱਕ 21,30,385, 11 ਅਪ੍ਰੈਲ ਤੱਕ 20,31,599, 15 ਮਾਰਚ ਤੱਕ 18,44,424, 1 ਫਰਵਰੀ ਤੱਕ 18,15,628, 15 ਦਸੰਬਰ ਤੱਕ 18,13,144, 27 ਅਕਤੂਬਰ ਤੱਕ 17,92,404, 6 ਜੁਲਾਈ ਤੱਕ 14,87,474 ਫਾਈਲਾਂ ਦੇ ਬੈਕਲੌਗ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਦੱਸ ਦਈਏ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਟਾਗਰੀ ਅਧੀਨ 6,000 ਤੋਂ ਵੱਧ ਲੋਕਾਂ ਵੱਲੋਂ ਪਹਿਲਾਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜੋ ਕਿ ਹੁਣ ਵੱਧ ਕੇ ਗਿਣਤੀ 7,522 ਦੀ ਹੋ ਗਈ ਹੈ। ਫੈਡਰਲ ਸਕਿਲਡ ਵਰਕਰ ਵਾਸਤੇ ਪਹਿਲਾਂ ਜੋ ਬੈਕਲੌਗ ਸੀ ਉਹ 25,081 ਦਾ ਸੀ, ਜੋ ਕਿ ਹੁਣ ਵੱਧ ਕੇ 32,883 ਹੋ ਚੁੱਕਿਆ ਹੈ। ਇਮੀਗ੍ਰੈਂਟਸ ਵਾਸਤੇ ਇਸ ਹਫ਼ਤੇ ਚੰਗੀ ਖਬਰ ਸਾਹਮਣੇ ਆਈ ਹੈ। ਚੰਗੀ ਖਬਰ ਨੋਵਾ ਸਕੋਸ਼ੀਆ ਸੂਬੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਇਮੀਗ੍ਰੈਂਟਸ ਨਾਲ ਜੁੜਿਆ ਹੋਇਆ ਜੋ ਉਹਨਾਂ ਵੱਲੋਂ ਕੋਟਾ ਤੈਅ ਕੀਤਾ ਜਾਂਦਾ ਹੈ, ਹੁਣ ਸੂਬੇ ਵੱਲੋਂ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਨੋਵਾ ਸਕੋਸ਼ੀਆ ਤੋਂ ਇਮੀਗ੍ਰੇਸ਼ਨ ਬਾਰੇ ਇੱਕ ਚੰਗੀ ਤੇ ਵੱਡੀ ਖਬਰ ਸਾਹਮਣੇ ਆਈ ਹੈ। ਨੋਵਾ ਸਕੋਸ਼ੀਆ ਵਿੱਚ ਹੁਣ ਇਸ ਸਾਲ ਵੱਧ ਇਮੀਗ੍ਰੈਂਟਸ ਆ ਸਕਣਗੇ। ਇਸ ਸੂਬੇ ਵਿੱਚ ਸੈਟਲ ਹੋਣ ਦੇ ਇੱਛੁਕ 5,000 ਤੋਂ ਵੱਧ ਬਿਨੇਕਾਰ ਅਪਲਾਈ ਕਰ ਸਕਦੇ ਨੇ ਤੇ ਪਿਛਲੇ ਸਾਲ ਇਹ ਗਿਣਤੀ 3,000 ਤੋਂ ਵੱਧ ਦੀ ਸੀ, ਜੋ ਕਿ ਹੁਣ ਵਧਾ ਦਿੱਤੀ ਗਈ ਹੈ। ਜੀ ਹਾਂ, ਨੋਵਾ ਸਕੋਸ਼ੀਆ ਸਰਕਾਰ ਵੱਲੋਂ ਰਾਹਤ ਦੀ ਖਬਰ ਦਿੰਦਿਆਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਅਤੇ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਅਲਾਟਮੈਂਟ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਨਿਊਜ਼ ਰਿਲੀਜ਼ ਵਿੱਚ ਸਾਂਝੀ ਕੀਤੀ ਗਈ। ਇਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਨੋਵਾ ਸਕੋਸ਼ੀਆ ਵਿੱਚ ਸੈਟਲ ਹੋਣ ਵਾਸਤੇ ਸਰਕਾਰ 5,430 ਬਿਨੇਕਾਰਾਂ ਦੀਆਂ ਅਰਜ਼ੀਆਂ ਮਨਜ਼ੂਰ ਕਰ ਸਕਦੀ ਹੈ, ਜੋ ਕਿ ਪਹਿਲਾਂ ਦੇ ਮੁਕਾਬਲੇ 4% ਵਾਧਾ ਹੈ। ਸਾਲ 2021 ਵਿੱਚ ਪ੍ਰੋਵਿੰਸ ਸਰਕਾਰ ਨੇ 3,857 ਅਰਜ਼ੀਆਂ ਮਨਜ਼ੂਰ ਕੀਤੀਆਂ ਸਨ। ਦੱਸਿਏ ਕਿ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਵਿੱਚ 400 ਨਵੀਆਂ ਅਰਜ਼ੀਆਂ ਸ਼ਾਮਿਲ ਕੀਤੀਆਂ ਗਈਆਂ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 17% ਵੱਧ ਹਨ। ਇਸ ਪ੍ਰੋਗਰਾਮ ਤਹਿਤ ਨਵੇਂ ਇਮੀਗ੍ਰੈਂਟਸ ਜਿਹੜੇ ਇੱਥੇ ਆਉਣਗੇ, ਇਹਨਾਂ ਵਿੱਚ ਡਾਕਟਰ, ਕਾਰੋਬਾਰੀ ਅਤੇ ਨੋਵਾ ਸਕੋਸ਼ੀਆ ਵਿੱਚ ਲੋੜੀਂਦਾ ਹੁਨਰਮੰਦ ਕਾਮਿਲ ਸ਼ਾਮਿਲ ਨੇ। ਇਹਨਾਂ ਨੂੰ ਇਮੀਗ੍ਰੇਸ਼ਨ ਵਾਸਤੇ ਅਪਾਇੰਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਨੋਵਾ ਸਕੋਸ਼ੀਆ ਲਈ 1,173 ਨਵੀਆਂ ਸੀਟਾਂ ਸ਼ਾਮਿਲ ਕੀਤੀਆਂ ਗਈਆਂ ਨੇ, ਜੋ ਕਿ ਪਿਛਲੇ ਸਾਲ ਨਾਲੋਂ 75% ਵੱਧ ਨੇ। ਐਟਲਾਂਟਿਕ ਕੈਨੇਡਾ ਵਿੱਚ ਪੈਂਦੇ 4 ਸੂਬਿਆਂ ਵਿੱਚ ਰਹਿਣ ਦੇ ਇੱਛੁਕ ਹੁਨਰਮੰਦ ਵਿਦੇਸ਼ੀ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਅਧੀਨ ਆਪਣੀ PR ਵਾਸਤੇ ਅਪਲਾਈ ਕਰ ਸਕਦੇ ਹਨ।
ਦੱਸ ਦਈਏ ਕਿ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਮਾਰਚ 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਆਰਜ਼ੀ ਪ੍ਰੋਗਰਾਮ ਦਾ ਉਦੇਸ਼ ਸੀ ਕਿ ਹੁਨਰਮੰਦ ਕਾਮਿਆਂ ਨੂੰ ਐਟਲਾਂਟਿਕ ਕੈਨੇਡਾ ਵਿੱਚ ਲਿਆਉਣ ਅਤੇ ਬਿਨੇਕਾਰਾਂ ਦੀ ਅਰਜ਼ੀ ਪ੍ਰਕਿਰਿਆ ਵਿੱਚ ਸਮੇਂ ਨੂੰ 6 ਮਹੀਨੇ ਜਾਂ ਫਿਰ ਉਸ ਤੋਂ ਘੱਟ ਸਮੇਂ ਤੇ ਲਿਆਉਣਾ ਸੀ। 1 ਜਨਵਰੀ ਨੂੰ ਇਹ ਪ੍ਰੋਗਰਾਮ ਪਰਮਾਨੈਂਟ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ 2021 ਵਿੱਚ ਨੋਵਾ ਸਕੋਸ਼ੀਆ ਅੰਦਰ ਰਿਕਾਰਡ 9000 ਤੋਂ ਵੱਧ PR ਸ਼ਾਮਿਲ ਹੋਏ। ਇਹਨਾਂ ਦੀ ਕੁੱਲ ਗਿਣਤੀ 9025 ਦੱਸੀ ਗਈ। ਅਰਾਈਵ ਕੈਨ ਐਪ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਫੈਡਰਲ ਸਰਕਾਰ ਯਾਤਰੀਆਂ ਨੂੰ ਰਾਹਤ ਦੇ ਚੁੱਕੀ ਹੈ, ਪਰ ਫਿਰ ਵੀ ਹੁਣ ਇਹ ਮੰਗ ਕੀਤੀ ਜਾ ਰਹੀ ਹੈ ਕਿ ਅਰਾਈਵ ਕੈਨ ਐਪ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਜੋ 에ਅਰਪੋਰਟ ਦੇ ਉੱਪਰ ਜ਼ਿਆਦਾ ਸਮਾਂ ਲੱਗ ਰਿਹਾ ਹੈ ਜਾਂ ਫਿਰ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ ਉਸ ਦਾ ਹੱਲ ਕੱਢਿਆ ਜਾ ਸਕੇ। ਕਈ ਮੇਅਰਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਰਾਈਵ ਕੈਨ ਐਪ ਯਾਤਰੀਆਂ ਵਾਸਤੇ ਹੁਣ ਖਤਮ ਕਰ ਦਿੱਤੀ ਜਾਵੇ। ਇਹ ਮੰਗ ਬਾਰਡਰ ਸਿਟੀ ਮੇਅਰਸ ਵੱਲੋਂ ਆਟਵਾ ਤੋਂ ਕੀਤੀ ਜਾ ਰਹੀ ਹੈ। ਜੀ ਹਾਂ, ਬਾਰਡਰ ਸਿਟੀ ਮੇਅਰਸ, ਟੂਰਿਜ਼ਮ ਇੰਡਸਟਰੀ ਲੀਡਰਸ ਅਤੇ ਆਪੋਜੀਸ਼ਨ MP ਦਾ ਕਹਿਣਾ ਹੈ ਕਿ ਅਰਾਈਵ ਕੈਨ ਐਪ ਨੂੰ ਹੁਣ ਯਾਤਰੀਆਂ ਵਾਸਤੇ ਖਤਮ ਕਰ ਦੇਣਾ ਚਾਹੀਦਾ ਹੈ। ਇਸ ਸੰਬੰਧੀ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਨਿਊ ਡੈਮੋਕ੍ਰੇਟ ਮੈਂਬਰ ਪਾਰਲੀਮੈਂਟ ਰਿਚਰਡ ਦਾ ਕਹਿਣਾ ਹੈ ਕਿ ਹੁਣ ਇਸ ਸੰਬੰਧੀ ਕੁਝ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੈ। ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਦਿਨੀ ਫੈਡਰਲ ਸਰਕਾਰ ਵੱਲੋਂ ਕੁਝ ਯਾਤਰਾ ਸੰਬੰਧੀ ਰਾਹਤ ਦਾ ਐਲਾਨ ਕੀਤਾ ਗਿਆ। ਡੋਮੈਸਟਿਕ ਟਰੈਵਲਰਸ ਵਾਸਤੇ ਤਾਂ ਕੋਵਿਡ-19 ਵੈਕਸੀਨ ਰਿਕੁਆਇਰਮੈਂਟ ਨੂੰ ਵੀ ਖਤਮ ਕਰਨ ਦੇ ਬਾਰੇ ਸਰਕਾਰ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ। ਹੁਣ ਇਸ ਤੋਂ ਬਾਅਦ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਕੈਨੇਡਾ ਵਿੱਚ ਫੋਰਨ ਵਿਜ਼ਿਟਰਸ ਆਉਂਦੇ ਨੇ ਉਹਨਾਂ ਦੇ ਉੱਪਰ ਜਿਹੜੀਆਂ ਬਾਕੀ ਰਹਿੰਦੀਆਂ ਪਾਬੰਦੀਆਂ ਨੇ ਉਹਨਾਂ ਨੂੰ ਵੀ ਖਤਮ ਕੀਤਾ ਜਾਵੇ, ਜਿਸ ਵਿੱਚ ਐਪ ਦੀ ਵਰਤੋਂ ਕਰਨਾ ਸ਼ਾਮਿਲ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪਿਛਲੇ ਹਫ਼ਤੇ ਇੱਕ ਐਲਾਨ ਕੀਤਾ ਸੀ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜੇ ਯਾਤਰੀਆਂ ਦੇ ਉੱਪਰ ਅਜੇ ਸ਼ਰਤ ਹੈ ਕਿ ਉਹਨਾਂ ਨੂੰ 에ਅਰਪੋਰਟ ਪਹੁੰਚਣ ਤੇ ਰੈਂਡਮ ਟੈਸਟਿੰਗ ਵਿੱਚੋਂ ਲੰਘਣਾ ਪਵੇਗਾ, ਇਸ ਦੇ ਉੱਪਰ ਵੀ ਰੋਕ ਲਗਾਈ ਜਾ ਰਹੀ ਹੈ। ਦਰਅਸਲ 에ਅਰਪੋਰਟਸ ਦੇ ਉੱਪਰ ਯਾਤਰੀਆਂ ਨੂੰ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਸ ਤੋਂ ਬਾਅਦ ਇਹ ਯਾਤਰੀ ਤਾਂ ਮੰਗ ਕਰ ਹੀ ਰਹੇ ਸਨ, ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੀਆਂ ਬਾਕੀ ਰਹਿੰਦੀਆਂ ਪਾਬੰਦੀਆਂ ਹਨ ਉਹਨਾਂ ਨੂੰ ਵੀ ਹਟਾ ਦਿੱਤਾ ਜਾਵੇ ਤੇ ਫੈਡਰਲ ਸਰਕਾਰ ਵੱਲੋਂ ਕੁਝ ਇਸ ਤਰ੍ਹਾਂ ਦਾ ਹੀ ਐਲਾਨ ਕੀਤਾ ਗਿਆ। ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਰੈਂਡਮ ਟੈਸਟਿੰਗ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਇਹ ਰਾਹਤ ਉਹਨਾਂ ਵੱਲੋਂ ਵੈਕਸੀਨੇਟਡ ਯਾਤਰੀਆਂ ਨੂੰ ਦਿੱਤੀ ਗਈ। ਅਨਵੈਕਸੀਨੇਟਡ ਯਾਤਰੀ ਜਿਹੜੇ ਕਿ ਅੰਤਰਰਾਸ਼ਟਰੀ ਸਫ਼ਰ ਕਰਕੇ ਕੈਨੇਡਾ ਵਿੱਚ ਆਉਣਗੇ ਉਹਨਾਂ ਦੇ ਉੱਪਰ ਅਜੇ ਵੀ ਸ਼ਰਤਾਂ ਜਾਰੀ ਰਹਿਣ ਵਾਲੀਆਂ ਨੇ, ਜਿਸ ਦੇ ਵਿੱਚ ਸ਼ਾਮਿਲ ਹੈ ਕਿ ਉਹਨਾਂ ਨੂੰ ਪਹੁੰਚਣ ਦੇ ਉੱਪਰ 14 ਦਿਨਾਂ ਵਾਸਤੇ ਕੁਆਰੰਟੀਨ ਕਰਨਾ ਪਵੇਗਾ। ਹੁਣ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਅਰਾਈਵ ਕੈਨ ਐਪ ਨੂੰ ਵੀ ਬੰਦ ਕਰ ਦਿੱਤਾ ਜਾਵੇ। ਦੇਖਣਾ ਹੋਵੇਗਾ ਕਿ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਇਸ ਸੰਬੰਧੀ ਕੀ ਫੈਸਲਾ ਸੁਣਾਉਂਦੀ ਹੈ। ਫਿਲਹਾਲ ਅਜੇ ਤੱਕ ਸਰਕਾਰ ਵੱਲੋਂ ਇਸ ਬਾਰੇ ਐਲਾਨ ਨਹੀਂ ਕੀਤਾ ਗਿਆ। ਇਸ ਹਫ਼ਤੇ ਸਿੱਖਾਂ ਦੀ ਗ੍ਰਿਫਤਾਰੀ ਦਾ ਮੁੱਦਾ ਕਾਫੀ ਜ਼ਿਆਦਾ ਭਖਦਾ ਰਿਹਾ। ਜਗਮੀਤ ਸਿੰਘ ਵੱਲੋਂ ਵੀ ਇਸ ਸੰਬੰਧਿਤ ਸਵਾਲ ਖੜੇ ਕੀਤੇ ਗਏ। ਦਰਅਸਲ ਪਾਰਲੀਮੈਂਟ ਹਿੱਲ ਵਿੱਚ ਜੋ ਬੰਬ ਦਾ ਥ੍ਰੈਟ ਸੀ, ਉਸ ਦੌਰਾਨ ਆਟਵਾ ਪੁਲਿਸ ਵੱਲੋਂ 2 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬਾਅਦ ਦੇ ਵਿੱਚ ਇਹਨਾਂ ਨੂੰ ਰਿਹਾ ਕਰਦਿਆਂ ਕਿਹਾ ਕਿ ਇਹਨਾਂ ਦੀ ਗ੍ਰਿਫਤਾਰੀ ਗਲਤੀ ਨਾਲ ਹੋ ਗਈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਆਪਣਾ ਪੱਖ ਰੱਖਿਆ ਗਿਆ। ਪਰ ਹੁਣ ਇਹ 2 ਸਿੱਖ ਕਹਿੰਦੇ ਨੇ ਕਿ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਮਾਮਲਾ ਜਗਮੀਤ ਸਿੰਘ ਵੱਲੋਂ ਵੀ ਚੁੱਕਿਆ ਗਿਆ। ਕੈਨੇਡਾ ਵਿੱਚ 2 ਸਿੱਖਾਂ ਨੂੰ ਗਲਤੀ ਨਾਲ ਗ੍ਰਿਫਤਾਰ ਕਰਨ ਦਾ ਮੁੱਦਾ ਕਾਫੀ ਜ਼ਿਆਦਾ ਗਰਮਾ ਰਿਹਾ ਹੈ। ਇਸ ਬਾਰੇ NDP ਲੀਡਰ ਜਗਮੀਤ ਸਿੰਘ ਵੱਲੋਂ ਬਿਆਨ ਦਿੱਤਾ ਗਿਆ। ਉਹਨਾਂ ਕਿਹਾ ਕਿ 2 ਸਿੱਖ ਜਿਹੜੇ 1984 ਦੇ ਸੰਬੰਧ ਵਿੱਚ ਸ਼ਾਂਤਮਈ ਤਰੀਕੇ ਨਾਲ ਇਸ ਦਿਨ ਨੂੰ ਯਾਦ ਕਰ ਰਹੇ ਸਨ, ਉਹਨਾਂ ਨੂੰ ਗਲਤੀ ਨਾਲ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਕਿਹਾ ਕਿ ਜਾਂਚ ਦੌਰਾਨ ਇਹਨਾਂ ਦੀਆਂ ਪੱਗਾਂ ਉਤਰਵਾਈਆਂ ਗਈਆਂ। ਜਗਮੀਤ ਸਿੰਘ ਚਾਹੁੰਦੇ ਨੇ ਕਿ ਇਸ ਮਾਮਲੇ ਵਿੱਚ ਜਲਦ ਤੋਂ ਜਲਦ ਸਖਤ ਕਾਰਵਾਈ ਹੋਵੇ। ਦੱਸ ਦਈਏ ਕਿ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਪਾਰਲੀਮੈਂਟ ਹਿੱਲ ਵਿੱਚ ਬੰਬ ਸੰਬੰਧੀ ਜਿਹੜਾ ਡਰ ਸੀ ਉਸ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ 2 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਛੱਡਦਿਆਂ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਗਲਤੀ ਨਾਲ ਹਿਰਾਸਤ ਵਿੱਚ ਲੈ ਲਿਆ ਗਿਆ। ਬਾਅਦ ਵਿੱਚ ਜਿਹੜੇ ਸਿੱਖ ਗ੍ਰਿਫਤਾਰ ਹੋਏ ਉਹ ਅੱਗੇ ਆਏ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਹਨਾਂ ਦੋਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਹੁਣ ਜਗਮੀਤ ਸਿੰਘ ਨੇ ਵੀ ਇਸ ਸੰਬੰਧੀ ਜਵਾਬ ਮੰਗਿਆ ਹੈ। It's very, very troubling what happened. We had 2 Sikh men that there is no evidence were engaged in any sort of activity that was in any way troubling. They were engaged in a peaceful activity on the Hill to raise awareness about the plight of Sikhs in India, the genocide against Sikhs. And in raising awareness about this plight, they were arrested, searched, the turbans were removed, all on a call which was a hoax. The call was false. The call was not based on anything. And that in light of what we saw when the occupation was going on in Ottawa, when we had people that were engaged in
holding up signs and flags that were related to extreme right-wing organizations, dangerous organizations. Their presence on the Hill, there was very little reaction, and there was communities were hurt. The local residents were hurt because of the inaction of the police. And in this case, without any real basis, without any real evidence, 2 Sikh men were treated very poorly, were, in their own words, were made to feel embarrassed in front of their family, were made to feel demeaned based on a false call. That clearly shows there's a problem with the way threats are being taken. Real threats from extreme right-wing organizations are ignored, and false threats targeted towards racialized men are taken to the extreme. It's a very serious thing to make a threat like that. It takes up police resources, it takes up time, there's a considerable... ਪਾਸਪੋਰਟ ਦਫ਼ਤਰ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਦਿਖਾਈ ਦਿੰਦੀਆਂ ਸਨ, ਪਰ ਹੁਣ ਤਾਂ ਲੋਕ ਇੱਥੇ ਕੁਰਸੀਆਂ ਤੇ ਬੈਠੇ, ਕੁਰਸੀਆਂ ਲਗਾ ਕੇ ਬੈਠੇ ਹੋਏ ਦਿਖਾਈ ਦੇ ਰਹੇ ਹਨ। ਜੀ ਹਾਂ, ਕਈ ਅਜਿਹੇ ਪਾਸਪੋਰਟ ਦਫ਼ਤਰ ਨੇ ਜਿੱਥੇ ਬਾਹਰ ਲੋਕ ਆਪਣਾ ਕੈਂਪਿੰਗ ਦਾ ਸਮਾਨ ਲੈ ਕੇ ਪਹੁੰਚ ਗਏ, ਕਿਉਂਕਿ ਉਹਨਾਂ ਨੂੰ ਕਾਫੀ ਜ਼ਿਆਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪਾਸਪੋਰਟ ਹਾਸਲ ਕਰਨ ਦੇ ਵਾਸਤੇ ਇੱਥੇ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀ ਐਪਲੀਕੈਂਟਸ ਨੂੰ ਹੋ ਰਹੀ ਹੈ। ਪਾਸਪੋਰਟ ਦਫ਼ਤਰ ਦੇ ਬਾਹਰ ਲੋਕ ਆਪਣੇ ਕੁਰਸੀਆਂ, ਗੱਦੇ ਅਤੇ ਟੈਂਟ ਲੈ ਕੇ ਪਹੁੰਚ ਗਏ, ਜਿਨ੍ਹਾਂ ਵੱਲੋਂ ਪੂਰੀ ਰਾਤ ਪਾਸਪੋਰਟ ਦਫ਼ਤਰ ਦੇ ਬਾਹਰ ਬਿਤਾਈ ਗਈ। ਜੀ ਹਾਂ, ਇਹ ਜਾਣਕਾਰੀ ਮੌਂਟਰੀਅਲ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਦੇਰੀ ਦੇ ਕਾਰਨ ਹੁਣ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ। ਪਾਸਪੋਰਟ ਹਾਸਲ ਕਰਨ ਸੰਬੰਧੀ ਜੋ ਇਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਐਪਲੀਕੇਸ਼ਨਸ ਦਾ ਜਿਹੜਾ ਬੈਕਲੌਗ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਮੌਂਟਰੀਅਲ ਦੇ ਪਾਸਪੋਰਟ ਦਫ਼ਤਰ ਦੇ ਬਾਹਰ ਕਈ ਲੋਕ ਕੁਰਸੀਆਂ ਲਗਾ ਕੇ ਬੈਠੇ ਰਹੇ। ਉਹ ਇਸ ਕਾਰਨ ਕਿਉਂਕਿ ਇਹਨਾਂ ਦਾ ਇੰਤਜ਼ਾਰ ਕਾਫੀ ਲੰਬਾ ਹੈ। ਜਿਹੜੇ ਲੋਕ ਇਸ ਮੌਕੇ ਦੇ ਉੱਪਰ ਪਹੁੰਚੇ ਹੋਏ ਸਨ ਉਹਨਾਂ ਵੱਲੋਂ ਆਪਣੀ ਪਰੇਸ਼ਾਨੀ ਵੀ ਦੱਸੀ ਜਾ ਰਹੀ ਹੈ। ਇਹ ਲੋਕ ਦੱਸ ਰਹੇ ਨੇ ਕਿ ਕਿਵੇਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਆਪਣੀ ਪਾਸਪੋਰਟ ਅਰਜ਼ੀ ਸੰਬੰਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਧਰ ਦੂਜੇ ਪਾਸੇ ਸਰਵਿਸ ਕੈਨੇਡਾ ਵੀ ਲਗਾਤਾਰ ਜਾਣਕਾਰੀ ਦੇ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਉਹਨਾਂ ਕੋਲ ਪਾਸਪੋਰਟ ਸੰਬੰਧੀ ਅਰਜ਼ੀਆਂ ਦਾ ਕਾਫੀ ਬੈਕਲੌਗ ਜਮ੍ਹਾਂ ਹੋ ਚੁੱਕਿਆ ਹੈ। ਸਰਵਿਸ ਕੈਨੇਡਾ ਦੇ ਦੱਸਣ ਮੁਤਾਬਕ ਉਹਨਾਂ ਵੱਲੋਂ 1 ਅਪ੍ਰੈਲ 2020 ਅਤੇ 31 ਮਾਰਚ 2021 ਦੌਰਾਨ 3,63,000 ਪਾਸਪੋਰਟ ਇਸ਼ੂ ਕੀਤੇ ਗਏ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਅਰਜੈਂਟ ਟਰੈਵਲ ਕੇਸਿਸ ਦੇ ਨਾਲ ਜੁੜੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ 1 ਅਪ੍ਰੈਲ 2021 ਅਤੇ ਮਾਰਚ 31 2022 ਦੌਰਾਨ 1.3 ਮਿਲੀਅਨ ਪਾਸਪੋਰਟ ਇਸ਼ੂ ਕਰ ਦਿੱਤੇ ਗਏ ਨੇ। ਇਸ ਤੋਂ ਬਾਅਦ ਵੀ ਵਿਭਾਗ ਕੋਲ ਅਜੇ ਕਾਫੀ ਜ਼ਿਆਦਾ ਅਰਜ਼ੀਆਂ ਪਈਆਂ ਹੋਈਆਂ ਨੇ, ਜਿਨ੍ਹਾਂ ਦੇ ਉੱਪਰ ਫੈਸਲਾ ਸੁਣਾਇਆ ਜਾਣਾ ਬਾਕੀ ਹੈ। ਹੁਣ ਇਸ ਮਸਲੇ ਦਾ ਹੱਲ ਕੱਢਣ ਵਾਸਤੇ ਸਰਵਿਸ ਕੈਨੇਡਾ ਵੱਲੋਂ ਨਵੇਂ ਕਰਮਚਾਰੀਆਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਪਾਸਪੋਰਟ ਹਾਸਲ ਕਰਨ ਵਾਲੇ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ। ਯਾਤਰੀਆਂ ਵਾਸਤੇ ਇਸ ਹਫ਼ਤੇ ਚੰਗੀ ਖਬਰ ਸਾਹਮਣੇ ਆਈ। ਅਨਵੈਕਸੀਨੇਟਡ ਯਾਤਰੀਆਂ ਨੂੰ ਵੀ ਹਵਾਈ ਸਫ਼ਰ ਦੀ ਇਜਾਜ਼ਤ ਦਿੱਤੀ ਗਈ। ਇਹ ਰਾਹਤ ਫੈਡਰਲ ਸਰਕਾਰ ਵੱਲੋਂ ਡੋਮੈਸਟਿਕ ਟਰੈਵਲਰਸ ਨੂੰ ਦਿੱਤੀ ਗਈ ਹੈ। ਬਾਕੀ ਜਿਹੜੇ ਅਨਵੈਕਸੀਨੇਟਡ ਡੋਮੈਸਟਿਕ ਟਰੈਵਲਰਸ ਹਨ ਉਹ ਹੁਣ ਹਵਾਈ ਸਫ਼ਰ ਵੀ ਕਰ ਸਕਦੇ ਨੇ ਤੇ ਰੇਲ ਗੱਡੀ ਦਾ ਸਫ਼ਰ ਵੀ ਕਰ ਸਕਣਗੇ। ਅਨਵੈਕਸੀਨੇਟਡ ਯਾਤਰੀਆਂ ਨੂੰ ਕੈਨੇਡਾ ਸਰਕਾਰ ਵੱਲੋਂ ਵੱਡੀ ਰਾਹਤ ਦਿੰਦਿਆਂ ਜਹਾਜ਼ ਅਤੇ ਰੇਲ ਦਾ ਸਫ਼ਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜੀ ਹਾਂ, ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਬਿਨਾਂ ਟੀਕਾ ਲਗਵਾਉਣ ਵਾਲੇ ਕੈਨੇਡੀਅਨਸ ਨੇ ਉਹ ਵੀ ਜਹਾਜ਼ ਅਤੇ ਰੇਲ ਦਾ ਸਫ਼ਰ ਕਰ ਸਕਣਗੇ। ਉਹਨਾਂ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਇਹ ਰਾਹਤ ਡੋਮੈਸਟਿਕ ਟਰੈਵਲਰਸ ਨੂੰ ਦਿੱਤੀ ਗਈ। ਜਾਣਕਾਰੀ ਲਈ ਦੱਸ ਦਈਏ ਕਿ ਆਟਵਾ ਵੱਲੋਂ ਅੱਜ ਐਲਾਨ ਕਰ ਦਿੱਤਾ ਗਿਆ ਹੈ ਕਿ ਜਿਹੜੀ ਉਹਨਾਂ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ ਸੀ ਉਸ ਨੂੰ ਹੁਣ ਰੋਕਿਆ ਜਾ ਰਿਹਾ ਹੈ। ਇਸ ਐਲਾਨ ਤੋਂ ਬਾਅਦ ਜਿਹੜੇ ਅਨਵੈਕਸੀਨੇਟਡ ਹਨ ਉਹ ਵੀ ਜਹਾਜ਼ ਤੇ ਰੇਲ ਦਾ ਸਫ਼ਰ ਕਰ ਸਕਣਗੇ। ਇਸ ਦੀ ਸ਼ੁਰੂਆਤ ਹੁਣ 20 ਜੂਨ ਤੋਂ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 30 ਅਕਤੂਬਰ 2021 ਤੋਂ ਜਿਹੜੇ 12 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਨੇ ਉਹਨਾਂ ਸਾਰਿਆਂ ਵਾਸਤੇ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਾਗੂ ਹੈ, ਜਿਸ ਦਾ ਭਾਵ ਕਿ ਜਿਨ੍ਹਾਂ ਨੇ ਵੀ ਹਵਾਈ ਜਾਂ ਫਿਰ ਰੇਲ ਸਫ਼ਰ ਕਰਨਾ ਹੈ ਉਹਨਾਂ ਦਾ ਜ਼ਰੂਰੀ ਹੈ ਕਿ ਕੋਵਿਡ-19 ਵੈਕਸੀਨ ਹਾਸਲ ਕੀਤੀ ਹੋਵੇ। ਸਰਕਾਰ ਵੱਲੋਂ ਜੋ ਵੈਕਸੀਨ ਬਾਰੇ ਡਾਟਾ ਸਾਂਝਾ ਕੀਤਾ ਗਿਆ ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ 81% ਦੀ ਆਬਾਦੀ ਉਹ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਹਾਸਲ ਕਰ ਲਏ ਹਨ। ਇਸ ਤੋਂ ਪਹਿਲਾਂ ਸੋਰਸਸ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਫੈਡਰਲ ਸਰਕਾਰ ਇਸ ਤਰ੍ਹਾਂ ਦਾ ਐਲਾਨ ਕਰ ਸਕਦੀ ਹੈ ਜਿਸ ਵਿੱਚ ਅਨਵੈਕਸੀਨੇਟਡ ਨੂੰ ਵੀ ਰਾਹਤ ਦਿੱਤੀ ਜਾ ਸਕੇਗੀ। ਦਰਅਸਲ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਜੋ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਸਨ। ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਹੁਣ ਰੈਂਡਮ ਟੈਸਟਿੰਗ ਸੰਬੰਧੀ ਜਾਂ ਫਿਰ ਹੋਰ ਜਿਹੜੀਆਂ ਪਾਬੰਦੀਆਂ ਨੇ ਉਸ ਤੋਂ ਰਾਹਤ ਦੇ ਦੇਵੇ। ਪਿਛਲੇ ਦਿਨੀ ਫੈਡਰਲ ਸਰਕਾਰ ਵੱਲੋਂ ਰੈਂਡਮ ਟੈਸਟਿੰਗ ਦੇ ਉੱਪਰ ਪੌਜ਼ ਲਗਾਉਣ ਦਾ ਵੀ ਐਲਾਨ ਕੀਤਾ ਗਿਆ ਤੇ ਹੁਣ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਡੋਮੈਸਟਿਕ ਟਰੈਵਲਰਸ ਨੇ
ਉਹਨਾਂ ਵਾਸਤੇ ਵੈਕਸੀਨੇਸ਼ਨ ਨੀਤੀ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। The issue at airports is an important issue for our government. We have been acting and working collaboratively with airports, with airlines, to ensure that we have increased efficiencies at our airports. We're seeing, as you've heard me say this before, and the facts prove that point, similar phenomena at airports around the world, because we're seeing surge in demand that the capacities of airport are struggling to keep up with. Having said that, we have put a lot of measures in place. We've increased resources of CATSA significantly, CBSA. We've suspended and are going to be lifting random testing at airports, off airports. We've streamlined some processes, including ArriveCan, as I mentioned earlier. We are regularly speaking to airlines and airports. And by the way, airlines are struggling as well with resources. We continue to encourage them to do as much as they can, just like the government is doing. We're adding resources. We're seeing airports need to add more resources, but there is a plan. Measures have been in place, and regular discussions on a daily basis are taking place to ensure. And the data, by the way, proves it. The last couple of weeks, we're seeing significant improvements in delay data, whether for outbound travel or inbound travelers, but I know we need to do more. ਟੈਕਸੀ ਚਲਾਉਣ ਵਾਲੇ ਹੁਣ ਆਪਣਾ ਕੰਮ ਛੱਡਣਾ ਚਾਹੁੰਦੇ ਨੇ। ਇਹ ਟੈਕਸੀ ਡਰਾਈਵਰ ਕਾਫੀ ਜ਼ਿਆਦਾ ਪਰੇਸ਼ਾਨ ਨੇ। ਲਗਾਤਾਰ ਗੈਸ ਦੀਆਂ ਜਿਹੜੀਆਂ ਕੀਮਤਾਂ ਵਧ ਰਹੀਆਂ ਹਨ, ਉਸ ਕਾਰਨ ਟੈਕਸੀ ਡਰਾਈਵਰ ਤੇ ਉਬਰ ਚਲਾਉਣ ਵਾਲੇ ਪ੍ਰਭਾਵਿਤ ਹੋ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਉਂ ਲੱਗਦਾ ਹੈ ਕਿ ਹੁਣ ਉਹ ਆਪਣਾ ਕੰਮ ਛੱਡ ਦੇਣ। ਕੈਨੇਡਾ ਵਿੱਚ ਲਗਾਤਾਰ ਗੈਸ ਦੀਆਂ ਕੀਮਤਾਂ ਵਧ ਰਹੀਆਂ ਨੇ, ਜਿਸ ਕਾਰਨ ਹੁਣ ਕਾਫੀ ਪਰੇਸ਼ਾਨੀ ਹੋ ਰਹੀ ਹੈ। ਇਹਨਾਂ ਵਧ ਰਹੀਆਂ ਗੈਸ ਦੀਆਂ ਕੀਮਤਾਂ ਕਾਰਨ ਟੈਕਸੀ ਜਾਂ ਫਿਰ ਉਬਰ ਮਿਲਣਾ ਵੀ ਕਾਫੀ ਮੁਸ਼ਕਿਲ ਹੋ ਰਿਹਾ ਹੈ। ਕਈ ਥਾਵਾਂ ਦੇ ਉੱਪਰ ਤਾਂ ਗੈਸ ਦੀਆਂ ਕੀਮਤਾਂ $2 ਨੂੰ ਵੀ ਟੱਪ ਚੁੱਕੀਆਂ ਨੇ। ਜੀ ਹਾਂ, ਗੈਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ, ਜਿਸ ਤੋਂ ਬਾਅਦ ਆਮ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹਨ। ਹੁਣ ਉਹ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਜਿਹੜੇ ਲੋਕ ਟੈਕਸੀ ਜਾਂ ਫਿਰ ਉਬਰ ਚਲਾ ਕੇ ਆਪਣਾ ਗੁਜ਼ਾਰਾ ਕਰਦੇ ਸਨ। ਟੈਕਸੀ ਡਰਾਈਵਰ ਜਾਂ ਫਿਰ ਉਬਰ ਵਰਗੀਆਂ ਰਾਈਡ ਸ਼ੇਅਰਿੰਗ ਐਪ ਰਾਹੀਂ ਡਰਾਈਵ ਕਰਨ ਵਾਲੇ ਆਪਣੀ ਗੱਡੀ ਵਿੱਚ ਗੈਸ ਖੁਦ ਪਵਾਉਂਦੇ ਨੇ, ਪਰ ਪਿਛਲੇ 1 ਸਾਲ ਵਿੱਚ ਉਹਨਾਂ ਦੀ ਲਾਗਤ ਤੇਜ਼ੀ ਨਾਲ ਵਧੀ ਹੈ। ਪਿਛਲੇ ਸਾਲ ਟੋਰਾਂਟੋ ਵਿੱਚ ਗੈਸ ਦੀਆਂ ਕੀਮਤਾਂ $1.33 ਪ੍ਰਤੀ ਲੀਟਰ ਸੀ, ਜੋ ਕਿ ਪਹਿਲਾਂ ਦੇ ਮੁਕਾਬਲੇ ਹੁਣ ਵੱਧ ਦਰਜ ਕੀਤੀਆਂ ਜਾ ਰਹੀਆਂ ਨੇ। ਹੁਣ ਟੈਕਸੀ ਚਲਾਉਣ ਵਾਲੇ ਵੀ ਆਪਣੀ ਪਰੇਸ਼ਾਨੀ ਦੱਸਦੇ ਹੋਏ ਦਿਖਾਈ ਦੇ ਰਹੇ ਨੇ। ਉਹਨਾਂ ਵੱਲੋਂ ਦੱਸਿਆ ਗਿਆ ਕਿ ਗੈਸ ਦੀਆਂ ਕੀਮਤਾਂ ਵਿੱਚ ਜਿਹੜਾ ਲਗਾਤਾਰ ਵਾਧਾ ਹੋ ਰਿਹਾ, ਇਸ ਕਾਰਨ ਬਹੁਤ ਸਾਰੇ ਡਰਾਈਵਰ ਹੁਣ ਟੈਕਸੀ ਨਹੀਂ ਚਲਾ ਰਹੇ। ਦੱਸ ਦਈਏ ਕਿ ਰਾਈਡ ਸ਼ੇਅਰਿੰਗ ਐਪ ਡਰਾਈਵਰ ਜਾਂ ਫਿਰ ਫੂਡ ਡਿਲੀਵਰੀ ਡਰਾਈਵਰਸ ਨੂੰ ਉਬਰ ਵਰਗੀਆਂ ਕੁਝ ਕੰਪਨੀਆਂ ਹਰ ਟ੍ਰਿਪ ਤੇ 35 ਤੋਂ 50 ਸੈਂਟ ਦਾ ਗੈਸ ਸਰਚਾਰਜ ਅਦਾ ਕਰ ਰਹੀਆਂ ਹਨ, ਪਰ ਡਰਾਈਵਰਾਂ ਦਾ ਕਹਿਣਾ ਹੈ ਕਿ ਇਸ ਨਾਲ ਬਹੁਤੀ ਮਦਦ ਨਹੀਂ ਹੁੰਦੀ। ਕੁਝ ਡਰਾਈਵਰ ਹੁਣ ਇਹ ਕੰਮ ਛੱਡਣ ਦੀ ਵੀ ਸੋਚ ਰਹੇ ਨੇ। ਇੱਥੇ ਵੀ ਦੱਸਣਯੋਗ ਹੈ ਕਿ ਕਰੋਨਾ ਪੈਂਡੈਮਿਕ ਕਾਰਨ ਟੈਕਸੀ ਇੰਡਸਟਰੀ ਨੂੰ ਕਾਫੀ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਜਿਵੇਂ ਆਮ ਚੀਜ਼ਾਂ ਸ਼ੁਰੂ ਹੋ ਗਈਆਂ ਨੇ, ਕਾਰੋਬਾਰ ਵੀ ਮੁੜ ਤੋਂ ਚੱਲ ਪਏ ਨੇ, ਵੱਡੇ ਸਮਾਗਮ ਵੀ ਹੋ ਰਹੇ ਹਨ, ਪਰ ਹੁਣ ਵੱਡੀ ਮੁਸ਼ਕਿਲ ਹੈ ਕਿ ਗੈਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਦੇ ਕਾਰਨ ਬਹੁਤ ਸਾਰੇ ਉਬਰ ਜਾਂ ਫਿਰ ਟੈਕਸੀ ਚਲਾਉਣ ਵਾਲੇ ਸੋਚਦੇ ਨੇ ਕਿ ਉਹ ਇਹ ਕੰਮ ਛੱਡ ਦੇਣ। ਮੈਂਬਰ ਪਾਰਲੀਮੈਂਟ ਵਾਸਤੇ, ਵਿਜ਼ਿਟਰ ਵਾਸਤੇ ਤੇ ਸਟਾਫ ਵਾਸਤੇ ਹੁਣ ਹਾਊਸ ਆਫ ਕਾਮਨਸ ਵਿੱਚ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਨੂੰ ਖਤਮ ਕੀਤਾ ਜਾ ਰਿਹਾ ਹੈ। ਇਸ ਨੀਤੀ ਨੂੰ ਸੋਮਵਾਰ ਤੋਂ ਖਤਮ ਕੀਤਾ ਜਾ ਰਿਹਾ ਹੈ। ਪਹਿਲਾਂ ਕਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਮੈਂਬਰ ਪਾਰਲੀਮੈਂਟ ਵਾਸਤੇ ਵੀ ਵੈਕਸੀਨ ਲਾਜ਼ਮੀ ਕੀਤੀ ਗਈ ਸੀ, ਪਰ ਹੁਣ ਸਰਕਾਰ ਵੱਲੋਂ ਇਸ ਸੰਬੰਧਿਤ ਰਾਹਤ ਦਾ ਐਲਾਨ ਕੀਤਾ ਗਿਆ। ਹਾਊਸ ਆਫ ਕਾਮਨਸ ਵੱਲੋਂ ਜੋ ਮੈਂਬਰ ਪਾਰਲੀਮੈਂਟ, ਵਿਜ਼ਿਟਰ ਅਤੇ ਸਟਾਫ ਵਾਸਤੇ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ ਸੀ, ਉਸ ਨੂੰ ਹੁਣ ਹਟਾਇਆ ਜਾ ਰਿਹਾ ਹੈ। ਪਹਿਲਾਂ ਮੈਂਬਰ ਪਾਰਲੀਮੈਂਟ, ਸਟਾਫ ਤੇ ਵਿਜ਼ਿਟਰ ਵਾਸਤੇ ਲਾਜ਼ਮੀ ਕੀਤਾ ਗਿਆ ਸੀ ਕਿ ਉਹਨਾਂ ਦੇ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲੱਗੇ ਹੋਣ, ਪਰ ਹੁਣ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਖਤਮ ਕੀਤਾ ਜਾ ਰਿਹਾ ਹੈ। ਸੋਮਵਾਰ ਤੋਂ ਹੀ ਵੈਕਸੀਨ ਪਾਲਿਸੀ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਫਾਲ ਕਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਮੈਂਬਰ ਪਾਰਲੀਮੈਂਟ, ਸਟਾਫ ਤੇ ਵਿਜ਼ਿਟਰ ਵਾਸਤੇ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕਰ ਦਿੱਤਾ ਗਿਆ, ਪਰ ਹੁਣ ਸਾਰੀਆਂ ਪਾਰਟੀਆਂ ਵੱਲੋਂ ਮਿਲ ਕੇ ਇਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਇਸ ਨੀਤੀ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਕੰਜ਼ਰਵੇਟਿਵ ਪਾਰਟੀ ਤਾਂ ਸ਼ੁਰੂ ਤੋਂ ਹੀ ਇਸ ਗੱਲ ਨੂੰ ਲੈ ਕੇ ਮੰਗ ਕਰਦੀ ਹੋਈ ਦਿਖਾਈ ਦਿੱਤੀ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਵਿਡ-19 ਵੈਕਸੀਨ ਮੈਂਬਰ ਪਾਰਲੀਮੈਂਟ, ਸਟਾਫ ਜਾਂ ਫਿਰ ਵਿਜ਼ਿਟਰ ਵਾਸਤੇ ਲਾਜ਼ਮੀ ਨਹੀਂ ਹੋਣੀ ਚਾਹੀਦੀ। ਹੁਣ ਵੀ ਉਹਨਾਂ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਹੀ ਜ਼ੋਰ ਦਿੱਤਾ ਜਾ ਰਿਹਾ ਸੀ। ਇਸ ਹਫ਼ਤੇ ਫੈਡਰਲ ਸਰਕਾਰ ਵੱਲੋਂ ਯਾਤਰੀਆਂ ਵਾਸਤੇ ਵੀ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਅਨਵੈਕਸੀਨੇਟਿਡ ਯਾਤਰੀ ਨੇ ਉਹ ਵੀ ਜਹਾਜ਼ ਤੇ ਰੇਲ ਦਾ ਸਫ਼ਰ ਕਰ ਸਕਦੇ ਨੇ, ਪਰ ਇਹ ਰਾਹਤ ਉਹਨਾਂ ਵੱਲੋਂ ਡੋਮੈਸਟਿਕ ਟਰੈਵਲਰਸ ਨੂੰ ਹੀ ਦਿੱਤੀ ਗਈ।
ਹਾਊਸ ਆਫ ਕਾਮਨਸ ਤੋਂ ਜੋ ਵੈਕਸੀਨ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਅਜੇ ਇੱਥੇ ਹਾਊਸ ਆਫ ਕਾਮਨਸ ਵਿੱਚ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਮਾਸਕ ਪਾਉਣਾ ਇੱਥੇ ਜੂਨ 23 ਤੱਕ ਜਾਰੀ ਰਹਿਣ ਵਾਲਾ ਹੈ। ਇਸ ਬਾਰੇ ਹਾਊਸ ਸਪੀਕਰ ਵੱਲੋਂ ਇੱਕ ਸਟੇਟਮੈਂਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ। ਜ਼ਿਕਰਯੋਗ ਹੈ ਕਿ ਕਰੋਨਾ ਪਾਬੰਦੀਆਂ ਮਾਰਚ 2020 ਤੋਂ ਹੀ ਲਗਾਈਆਂ ਗਈਆਂ। ਕਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਖਤ ਕਦਮ ਚੁੱਕੇ ਗਏ ਸਨ। ਕਾਫੀ ਥਾਵਾਂ ਦੇ ਉੱਪਰ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ, ਪਰ ਬਾਅਦ ਦੇ ਵਿੱਚ ਮੰਗ ਕੀਤੀ ਜਾਣ ਲੱਗੀ ਕਿ ਇਸ ਨੂੰ ਹੁਣ ਖਤਮ ਕਰ ਦੇਣਾ ਚਾਹੀਦਾ ਹੈ। ਅਜਿਹਾ ਹਾਊਸ ਆਫ ਕਾਮਨਸ ਵਾਸਤੇ ਵੀ ਕਿਹਾ ਜਾ ਰਿਹਾ ਸੀ ਤੇ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੋਮਵਾਰ ਤੋਂ ਮੈਂਬਰ ਪਾਰਲੀਮੈਂਟ, ਸਟਾਫ ਤੇ ਵਿਜ਼ਿਟਰ ਵਾਸਤੇ ਜੋ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਹੈ ਉਹ ਜਾਰੀ ਨਹੀਂ ਰਹਿਣ ਵਾਲੀ। ਇਸ ਨੂੰ ਹੁਣ ਸਸਪੈਂਡ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ। ਨੋਵਾ ਸਕੋਸ਼ੀਆ ਨੇ ਹੁਣ ਕੀਤੀ ਸਖਤੀ। ਨਵੇਂ ਟੀਆਰ 2 ਪੀਆਰ ਪ੍ਰੋਗਰਾਮ ਬਾਰੇ ਐਲਾਨ। ਕੈਨੇਡਾ ਵਿੱਚ ਵੱਧ ਲੋਕ ਹੋ ਸਕਣਗੇ ਪੀਆਰ। ਫਾਈਲਾਂ ਦੇ ਬੈਕਲੌਗ ਵਿੱਚ ਵਾਧਾ। ਅਪਲਾਈ ਕਰਨ ਵਾਲਿਆਂ ਨੂੰ ਕਰਨਾ ਪਵੇਗਾ ਇੰਤਜ਼ਾਰ। ਇਮੀਗ੍ਰੈਂਟਸ ਲਈ ਚੰਗੀ ਖਬਰ, ਹੁਣ ਵੱਧ ਇਮੀਗ੍ਰੈਂਟਸ ਜਾ ਸਕਣਗੇ ਨੋਵਾ ਸਕੋਸ਼ੀਆ। ਅਰਾਈਵ ਕੈਨ ਬੰਦ ਕਰਨ ਦੀ ਮੰਗ। ਸਰਕਾਰ ਵੱਲੋਂ ਅਜੇ ਨਹੀਂ ਹੋਇਆ ਐਲਾਨ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।